In this video, we are going to talk about an article which you have read about health. एक ऐसा article जेड़ा कि तुसी health दे regarding पढ़िया होवे. So first of all, welcome back to this channel. So hope you all are doing well and keep learning from my videos regarding cue card as well as the videos regarding writing. So I hope you like my videos. So without wasting any time, let's start an effective sample of this cue card. ਸੋ ਇਸ ਕਿਊ ਕਾਰਡ ਦੇ ਵਿੱਚ ਬਹੁਤ ਸਾਰੀਆਂ ਐਸੇ ਸੈਂਟੈਂਸ ਹੈ ਜੋ ਮੇ ਬੀ ਲਿਟਲ ਬਿਟ ਤੁਹਾਨੂੰ ਡਿਫਿਕਲਟ ਲੱਗ ਸਕਦੇ ਆ. ਸੋ ਜੇ ਤੁਹਾਨੂੰ ਉਹ ਚੀਜ਼ਾਂ ਡਿਫਿਕਲਟ ਲੱਗਦੀਆਂ ਸੋ ਟਰਾਈ ਟੂ ਸਕਿਪ ਦੋਜ਼ ਲਾਈਨਸ. ਉਹਨਾਂ ਲਾਈਨਸ ਨੂੰ ਸਕਿਪ ਕਰੋ ਤੇ ਆਪਦੀਆਂ ਪਰਸਨਲ ਲਾਈਨਸ ਵੀ ਤੁਸੀਂ ਉਹਦੇ ਵਿੱਚ ਐਡ ਕਰ ਸਕਦੇ ਹੋ. ਸੋ ਜੇ ਤੁਹਾਨੂੰ ਉਹ ਹਾਰਡ ਲੱਗ ਰਹੀ ਹੈ ਤਾਂ ਉਸ ਨੂੰ ਜਾਂ ਤਾਂ ਤੁਸੀਂ ਆਪਦੀ ਸਿੰਪਲ ਲੈਂਗੁਏਜ ਦੇ ਵਿੱਚ ਕਨਵਰਟ ਕਰ ਲਓ ਜਾਂ ਉਸ ਨੂੰ ਐਜ਼ ਇਟ ਇਜ਼ ਕਰੋ, ਬਿਕਾਜ਼ ਜੇ ਤੁਸੀਂ ਅੱਛੇ ਬੈਂਡ ਸਕੋਰਸ ਲੈਣੇ ਸੋ ਡੈਫੀਨੇਟਲੀ ਤੁਹਾਨੂੰ ਹਾਰਡਸ਼ਿਪਸ ਨੂੰ ਤਾਂ ਫੇਸ ਕਰਨਾ ਹੀ ਪੈਣਾ ਹੈ. ਸੋ ਲੈਟਸ ਸਟਾਰਟ ਦਿਸ ਕਿਊ ਕਾਰਡ. ਇਨ ਦਿਸ ਪ੍ਰੈਜ਼ੈਂਟ ਏਜ, ਅੱਜ ਕੱਲ੍ਹ ਦੀ ਏਜ ਦੇ ਵਿੱਚ ਇਟ ਇਜ਼ ਐਕਸਟ੍ਰੀਮਲੀ ਡਿਫਿਕਲਟ ਟੂ ਰਿਮੇਨ ਫਿਟ. ਕਿ ਅੱਜ ਕੱਲ੍ਹ ਫਿਟ ਰਹਿਣਾ ਬਹੁਤ ਹੀ ਜ਼ਿਆਦਾ ਔਖਾ unless you are engaged in some sort of exercise. ਜਦੋਂ ਤੱਕ ਤੁਸੀਂ ਕਿਸੇ ਟਾਈਪ ਦੀ ਐਕਸਰਸਾਈਜ਼ ਵਿੱਚ engaged ਨਹੀਂ ਹੁੰਦੇ. The article that I have found out about well-being was on the ongoing food patterns. कि well-being ਦੇ regarding ਜੋ ਮੈਨੂੰ article ਮਿਲਿਆ ਸੀ ਉਹ ਕਿਸ ਤੇ ਸੀਗਾ, ਅੱਜ ਕੱਲ੍ਹ ਜਿਹੜਾ ਫੂਡ ਪੈਟਰਨ ਚੱਲ ਰਿਹਾ ਕਿ ਕਿਸ ਟਾਈਪ ਦੀ ਫੂਡ ਆਪਾਂ ਅੱਜ ਕੱਲ੍ਹ ਖਾ ਰਹੇ ਹਾਂ, ਫਾਸਟ ਫੂਡ, ਆਇਲੀ ਫੂਡ, ਲਾਈਕ ਇਸ ਟਾਈਪ ਦੇ ਫੂਡਸ ਆਪਾਂ ਖਾ ਰਹੇ ਹਾਂ ਉਹਨਾਂ ਉੱਪਰ ਸੀਗਾ. ਐਂਡ ਮੈਡੀਕਲ ਪ੍ਰੋਬਲਮਸ ਇਮਰਜਿੰਗ, ਤੇ ਉਸ ਤੋਂ ਜਿਹੜੀਆਂ ਮੈਡੀਕਲ ਪ੍ਰੋਬਲਮਸ ਹੁੰਦੀਆਂ ਉਸ ਦੇ ਰਿਲੇਟਿਡ ਸੀਗਾ. The author has made sense of the food progressions in this day and age. ਜਿਹੜਾ author ਹੈਗਾ ਉਸਨੇ ਕੀ ਹੈ ਬੜਾ ਹੀ ਪ੍ਰੀਸਾਈਜ਼ ਡਿਸਕ੍ਰਿਪਸ਼ਨ ਕੀਤਾ ਹੈ ਫੂਡ ਪ੍ਰੋਗਰੈਸ਼ਨ ਦਾ ਜਿਹੜਾ ਅੱਜ ਕੱਲ੍ਹ ਫੂਡ ਚੱਲ ਰਿਹਾ ਹੈ ਐਂਡ what it is meaning for the psychological and actual well-being of people. ਤੇ ਇਸ ਫੂਡ ਦਾ ਕੀ ਅਸਰ ਪੈਂਦਾ, ਕੀ ਮੀਨਿੰਗ ਹੈ ਆਪਣੀ ਸਾਈਕੋਲੋਜੀਕਲ ਹੈਲਥ ਲਈ ਤੇ ਜਿਹੜੀ ਆਪਣੀ ਫਿਜ਼ੀਕਲ ਹੈਲਥ ਵੀ ਬੋਲ ਸਕਦੇ ਹੋ ਜਾਂ ਐਕਚੁਅਲ ਵੈਲਬੀਂਗ ਜਿਹੜੀ ਹੁੰਦੀ ਹੈ ਲੋਕਾਂ ਦੀ ਉਹਨਾਂ ਲਈ. I was scrolling through my phone when I came across this fantastic article with the headline Health is Wealth. ਕਿ ਮੈਂ ਆਪਦੇ ਫੋਨ ਨੂੰ ਸਕਰੋਲ ਕਰ ਰਹੀ ਸੀ ਤੇ ਮੈਂ ਇਸ ਫੈਂਟੈਸਟਿਕ ਆਰਟੀਕਲ ਦੇ ਵਿੱਚ ਮੇਰੇ ਸਾਹਮਣੇ ਆਇਆ ਤੇ ਹੈਡਲਾਈਨ ਦੇ ਨਾਲ ਜਿਹਦਾ ਨੇਮ ਸੀ Health is Wealth. I couldn't stop myself from reading that article. ਉਸ ਆਰਟੀਕਲ ਨੂੰ ਪੜ੍ਹਨ ਤੋਂ ਮੈਂ ਨਹੀਂ ਰੋਕ ਸਕੀ and clicked on it to learn more. ਤੇ ਮੈਂ ਉਸ ਤੇ ਕਲਿੱਕ ਕੀਤਾ ਹੋਰ ਜ਼ਿਆਦਾ ਸਿੱਖਣ ਦੇ ਲਈ. I discovered a wealth of knowledge beneath it. ਕਿ ਮੈਂ ਇੱਥੇ ਬਹੁਤ ਸਾਰੀ knowledge ਉੱਥੇ ਲਈ which has proven to be really beneficial to me, ਜਿਹੜੀ ਕਿ ਮੇਰੇ ਲਈ ਬਹੁਤ ਜ਼ਿਆਦਾ beneficial proof ਹੋਈ ਆ. This article piqued my interest and was both entertaining and educational. ਕਿ ਇਸ ਆਰਟੀਕਲ ਨੇ ਮੇਰਾ ਇੰਟਰਸਟ ਖਿੱਚ ਲਿਆ ਹੈ, ਮੇਰੇ ਅੰਦਰ ਬਹੁਤ ਜ਼ਿਆਦਾ ਇੰਟਰਸਟ ਪੈਦਾ ਕੀਤਾ. ਇਹ ਸਿਰਫ ਐਂਟਰਟੇਨਿੰਗ ਹੀ ਨਹੀਂ ਬਲਕਿ ਐਜੂਕੇਸ਼ਨਲ ਵੀ ਸੀਗੀ. ਆਈ ਇੰਜੋਏ ਰੀਡਿੰਗ ਅ ਲੋਟ. ਮੈਨੂੰ ਪੜ੍ਹਨਾ ਜਿਵੇਂ ਕਿ ਬਹੁਤ ਪਸੰਦ ਆ. ਸੋ ਵੰਸ ਸਮਥਿੰਗ ਕੈਚਿਜ਼ ਮਾਈ ਅਟੈਂਸ਼ਨ, ਕਿ ਜੋ ਇੱਕ ਵਾਰੀ ਕੋਈ ਚੀਜ਼ ਮੇਰੀ ਅਟੈਂਸ਼ਨ ਨੂੰ ਕੈਚ ਕਰ ਲੈਂਦਾ ਆਈ ਡਾਈਵ ਰਾਈਟ ਇਨ ਐਂਡ ਫਿਨਿਸ਼ ਰੀਡਿੰਗ ਇਟ. ਡਾਈਵ ਲਾਈਕ ਆਪਾਂ ਜਿੱਦਾਂ ਕਹਿੰਦੇ ਨਾ ਸਵਿਮਿੰਗ ਦੇ ਵਿੱਚ ਗੋਤੇ ਖਾਣੇ, ਉਸ ਟਾਈਪ ਨਾਲ ਕਿ ਮੈਂ ਉਹਦੇ ਵਿੱਚ ਹੀ ਵੜ ਜਾਂਦੀ ਹਾਂ ਤੇ ਮੈਂ ਉਸ ਨੂੰ ਫਿਨਿਸ਼ ਕਰਕੇ ਹੀ ਫਿਨਿਸ਼ ਕਰਕੇ ਹੀ ਉਸ ਨੂੰ ਸਾਈਡ ਕਰਦੀ ਹਾਂ. This article has taught me a lot about health issues. ਕਿ ਇਸ ਆਰਟੀਕਲ ਨੇ ਮੈਨੂੰ ਹੈਲਥ ਇਸ਼ੂਜ਼ ਦੇ ਬਾਰੇ ਬਹੁਤ ਸਿਖਾਇਆ. The author discussed current eating trends. ਜਿਹੜਾ author ਹੈ ਉਸਨੇ ਅੱਜ ਕੱਲ੍ਹ ਦੇ ਜਿਹੜੇ eating trends ਹੈਗੇ ਆ ਉਸ ਨੂੰ ਡਿਸਕਸ ਕੀਤਾ ਹੈ, stating that individuals choose to eat fast food rather than prepare fresh meals at home. ਤੇ ਉਸਨੇ ਇਹ ਕਿਹਾ, ਜੋ author ਹੈ ਉਸਨੇ ਇਹ ਕਿਹਾ ਕਿ ਅੱਜ ਕੱਲ੍ਹ ਜਿਹੜੇ ਲੋਕ ਹੈ ਉਹ ਫਾਸਟ ਫੂਡ ਨੂੰ ਚੂਜ਼ ਕਰਦੇ ਆ ਖਾਣ ਦੇ ਲਈ, ਨਾ ਕਿ ਉਹ ਆਪਦੇ ਘਰੇ ਫਰੈਸ਼ ਮੀਲ ਨੂੰ ਪ੍ਰਿਪੇਅਰ ਕਰਦੇ ਆ. Obesity, diabetes, heart attacks, hypertension and other elements like disease have resulted as a result of this. ਤੇ ਇਹ ਚੀਜ਼ਾਂ ਕੀ ਹੈ ਪਰਿਣਾਮ ਸਵਰੂਪ ਮਿਲਦੀਆਂ ਕਿਹਦੇ ਰਿਜ਼ਲਟ ਤੋਂ, ਜਿਹੜੇ ਆਪਾਂ ਅੱਜ ਕੱਲ੍ਹ ਫਾਸਟ ਫੂਡ ਖਾ ਰਹੇ ਹਾਂ. people choose to take a ride rather than walk. ਜਿਹੜੇ ਲੋਕੀ ਆ ਉਹ ਅੱਜ ਕੱਲ੍ਹ ਰਾਈਡ ਲੈਣਾ ਪਸੰਦ ਕਰਦੇ ਨਾ ਕਿ ਵਾਕ ਕਰਨਾ ਐਜ਼ ਅ ਰਿਜ਼ਲਟ ਆਫ ਟੈਕਨੋਲੋਜੀਕਲ ਇੰਪਰੂਵਮੈਂਟਸ, ਕਿਉਂਕਿ ਟੈਕਨੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟਸ ਹੋ ਗਈਆਂ. ਸੋ ਹੇਅਰ ਸਟੂਡੈਂਟਸ ਜੇ ਉਹਨਾਂ ਨੇ ਇੱਕ ਹੈਲਥ ਦੇ ਉੱਤੇ ਪੁੱਛਿਆ ਸੋ ਇਟ ਡਜ਼ਨਟ ਮੀਨ ਕਿ ਤੁਸੀਂ ਸਿਰਫ ਫੂਡ ਦੇ ਬਾਰੇ ਲਿਖਣਾ ਹੈ, ਓਬੇਸਿਟੀ ਦੇ ਬਾਰੇ ਲਿਖਣਾ ਹੈ. ਹੈਲਥ ਕਿਹਦੇ ਤੋਂ ਹੈ, ਵਾਕਿੰਗ ਕਰਨ 'ਚ ਵੀ ਹੈਲਥ ਹੈ. ਜੇ ਆਪਾਂ ਸਾਰਾ ਦਿਨ ਬੈਠੇ ਰਹਿੰਦੇ ਉਹਦੇ 'ਚ ਹੈਲਥ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ. ਸੋ ਸਟੂਡੈਂਟਸ ਟਰਾਈ ਟੂ ਅੰਡਰਸਟੈਂਡ
ਅੰਡਰਸਟੈਂਡ ਦਾ ਕਿਊ ਕਾਰਡ ਵੈਲ ਕਿ ਉਹਨੇ ਕੀ ਪੁੱਛਿਆ ਤੇ ਕਿਸ ਟਾਈਪ ਦੇ। ਤੁਸੀਂ ਸਾਰੇ ਮੋਸਟਲੀ ਸਟੂਡੈਂਟ ਕੀ ਆ ਉਹਦੇ ਵਿੱਚ ਫੂਡ ਨੂੰ ਐਡ ਕਰਦੇ ਰਹਿੰਦੇ ਹੋ, ਜਿਹਦੇ ਨਾਲ ਕਿ ਐਗਜ਼ਾਮੀਨਰ ਹੁੰਦਾ ਓਕੇ ਫਾਈਨ ਫੂਡ ਤਾਂ ਮੈਂ ਹਰ ਕਿਸੇ ਤੋਂ ਸੁਣਿਆ, ਵਟਸ ਨਿਊ ਇਨ ਦਿਸ ਕਿਊ ਕਾਰਡ। ਸੋ ਤੁਹਾਡੇ ਕਿਊ ਕਾਰਡ ਦੇ ਵਿੱਚ ਕੁਝ ਨਿਊ ਨਹੀਂ ਹੁੰਦਾ, ਸੋ ਉਹ ਬੈਂਡ ਵੀ ਤੁਹਾਨੂੰ ਸਿੰਪਲ 6.5 ਦੇ ਕੇ ਚਲੇ ਜਾਂਦੇ ਆ। ਸੋ ਟਰਾਈ ਟੂ ਐਡ ਨਿਊ ਥਿੰਗਸ ਇਨ ਇਟ। ਸੋ ਪੀਪਲ ਚੂਜ਼ ਟੂ ਟੇਕ ਅ ਰਾਈਡ ਰੈਦਰ ਦੈਨ ਵਾਕ, ਕਿ ਲੋਕੀ ਅੱਜ ਕੱਲ੍ਹ ਰਾਈਡ ਲੈਣਾ ਪਸੰਦ ਕਰਦੇ ਆ ਨਾ ਕਿ ਵਾਕ ਕਰਨਾ, ਐਜ਼ ਅ ਰਿਜ਼ਲਟ ਆਫ ਟੈਕਨੋਲੋਜੀਕਲ ਇੰਪਰੂਵਮੈਂਟ। ਕਿਉਂ? ਕਿਉਂਕਿ ਟੈਕਨੋਲੋਜੀਕਲ ਇੰਪਰੂਵਮੈਂਟਸ ਦਾ ਕਰਕੇ ਐਂਡ ਦੇ ਹੈਵ ਸਬਸਟੀਟਿਊਟਡ ਬਰਾਊਜ਼ਿੰਗ ਦਾ ਇੰਟਰਨੈਟ, ਤੇ ਉਹਨਾਂ ਕੋਲੇ ਇੱਕ ਸਬਸਟੀਟਿਊਟ ਵੀ ਹੈਗਾ। ਸਬਸਟੀਟਿਊਟ ਹੁੰਦਾ ਵਿਕਲਪ, ਕੋਈ ਹੋਰ ਚੀਜ਼ ਦਾ ਵਿਕਲਪ ਹੋਣਾ, ਕਿਸ ਦੇ ਰਿਗਾਰਡਿੰਗ? ਇੰਟਰਨੈਟ, ਵਾਚਿੰਗ ਟੈਲੀਵਿਜ਼ਨ ਐਂਡ ਚੈਕਿੰਗ देयर ਸੋਸ਼ਲ ਮੀਡੀਆ ਅਕਾਊਂਟਸ ਫॉर ਐਕਸਰਸਾਈਜ਼ ਦੇ ਰਿਗਾਰਡਿੰਗ ਉਹਨਾਂ ਨੇ ਕਿਹਾ ਸਬਸਟੀਟਿਊਟ ਹੈ ਕਿ ਉਹਦੇ ਮੀਡੀਆ ਅਕਾਊਂਟਸ ਨੂੰ ਚੈੱਕ ਕਰਦੇ ਆ, ਇੰਟਰਨੈਟ ਯੂਜ਼ ਕਰਦੇ ਤੇ ਟੈਲੀਵਿਜ਼ਨ ਨੂੰ ਵਾਚ ਕਰਦੇ, ਨਾ ਕਿ ਅੱਜ ਕੱਲ੍ਹ ਐਕਸਰਸਾਈਜ਼ ਕੀਤੀ ਜਾਂਦੀ ਹੈ। मैनुअल लेबर इज चेंज्ड इनटू टैक्नोलॉजिकल प्रोसैसेस। उन्होंने कहा मैनुअल लेबर होंगे जो आप फिजिकली कोई काम करते हैं, कि अजकल जो भी मैनुअल लेबर है वो तो टैक्नोलॉजिकल प्रोसैस ना, कि बहुत सारे ऐसे काम है। फॉर एग्जाम्पल जो एग्जाम्पल करिए तो वॉशिंग क्लॉथ्स हैगे है, सो वो भी इन ओल्ड टाइम्स यूजली वीमेन जस्ट डिड इट विद देयर ओन हैंड्स, सो आपदे हत्थां नाल करदियां सी, राइट, वो फिजिकल आपदा वर्क करदी सी। बट अजकल जिहड़ी है टैक्नोलॉजिकल प्रोसैस है, वॉशिंग मशीन्स है, सो दे डू नॉट हैव to they do not have to do more hard work, right, to wash the clothes। तो clothes ਨੂੰ wash ਕਰਨ ਲਈ ਉਹਨਾਂ ਨੂੰ hard work ਦੀ ਜ਼ਰੂਰਤ ਨਹੀਂ। so manual labor is changed into technological processes। the easy taught the essay taught me about the benefits of a healthy lifestyle, कि ਜਿਹੜਾ essay ਹੈ ਇਹ ਮੈਨੂੰ ਸਿਖਾਇਆ, ਉਸਨੇ ਮੈਨੂੰ ਇਹ ਸਿਖਾਇਆ ਦ ਬੈਨੀਫਿਟਸ ਆਫ ਹੈਲਦੀ ਲਾਈਫ ਸਟਾਈਲ, ਕਿ ਇੱਕ ਹੈਲਦੀ ਲਾਈਫ ਸਟਾਈਲ ਦੇ ਕੀ ਬੈਨੀਫਿਟਸ ਹੈਗੇ, ਐਜ਼ ਵੈਲ ਐਜ਼ ਦ ਬੋਡੀਜ਼ ਮੇਜਰ ਨਿਊਟ੍ਰੀਸ਼ਨਲ ਨੀਡਸ ਇਨ ਟਰਮਸ ਆਫ ਵਿਟਾਮਿਨਸ ਐਂਡ ਪ੍ਰੋਟੀਨਸ। ਯੈਸ, ਫੂਡ ਵੀ ਆਪਾਂ ਡਿਸਕਸ ਕੀਤਾ, ਵਾਕਿੰਗ ਵੀ ਡਿਸਕਸ ਕੀਤੀ, ਸਿਟਿੰਗ ਵੀ ਕੀਤੀ, ਮੈਨੂਅਲ ਲੇਬਰ ਨੂੰ ਵੀ ਆਪਾਂ ਐਡ ਕੀਤਾ, ਹੁਣ ਆਪਾਂ ਐਡ ਕਰ ਰਹੇ ਨਿਊਟ੍ਰੀਸ਼ਨ ਨੂੰ, ਕਿ ਇੱਕ ਹੈਲਦੀ ਬੋਡੀ ਦੇ ਲਈ ਮੇਜਰ ਨਿਊਟ੍ਰੀਸ਼ਨਲ ਦੀ ਕਿੰਨੀ ਜ਼ਰੂਰਤ ਹੈ, ਜਿਵੇਂ ਕਿ ਵਿਟਾਮਿਨਸ ਹੋ ਗਏ, ਪ੍ਰੋਟੀਨਸ ਹੋ ਗਏ। I believe the article was really valuable to me, ਕਿ ਮੈਨੂੰ ਇਹ ਲੱਗਦਾ ਹੈ ਕਿ ਉਹ ਆਰਟੀਕਲ ਮੇਰੇ ਲਈ ਬਹੁਤ ਹੀ ਵਧੀਆ ਸੀਗਾ, because it described meal consumption, ਕਿ ਇਸਨੇ ਮੈਨੂੰ meal consumption ਵੀ describe ਕੀਤਾ, and health cures, ਤੇ health ਨੂੰ ਆਪਾਂ ਵਧੀਆ ਕਿਵੇਂ ਰੱਖਣਾ ਇਸ ਚੀਜ਼ ਨੂੰ ਵੀ, as well as presenting the body's optimal requirements, ਤੇ body ਦੀਆਂ ਜਿਹੜੀਆਂ main requirements ਹੈ ਉਹ ਵੀ ਚੀਜ਼ ਉਹਨਾਂ ਨੇ ਦੱਸੀ। so try to use these kinds of words, optimal requirements, ਤਾਂ ਕਿ ਐਗਜ਼ਾਮੀਨਰ ਬਹੁਤ ਜ਼ਿਆਦਾ ਇੰਪ੍ਰੈਸ ਹੋਵੇ ਤੁਹਾਡੇ ਤੋਂ। after reading the post, ਇਸ ਪੋਸਟ ਨੂੰ ਦੇਖੋ, ਆਰਟੀਕਲ ਆਪਾਂ 2-3 ਵਾਰੀ ਯੂਜ਼ ਕੀਤਾ, ਤਾਂ ਹੁਣ ਆਪਾਂ ਇਸ ਨੂੰ ਕਿਸ ਵਿੱਚ ਚੇਂਜ ਕਰ ਸਕਦੇ ਹਾਂ, ਪੋਸਟ ਦੇ ਵਿੱਚ, ਕਿ ਆਫਟਰ ਰੀਡਿੰਗ ਦਾ ਪੋਸਟ, ਉਹ ਪੋਸਟ ਪੜ੍ਹਨ ਤੋਂ ਬਾਅਦ I learned that health is actually the greatest wealth। ਮੈਂ ਇਹ ਸਿੱਖਿਆ ਕਿ ਹੈਲਥ ਜੋ ਹੈ ਉਹ ਐਕਚੁਅਲੀ ਸਭ ਤੋਂ ਵੱਡੀ ਵੈਲਥ ਹੈਗੀ ਹੈ, ਐਂਡ ਦੈਟ ਵੀ ਮਸਟ ਪ੍ਰਾਇਓਰਟਾਈਜ਼ ਆਵਰ ਹੈਲਥ ਅਲੋਂਗਸਾਈਡ ਆਵਰ ਐਫਰਟਸ ਟੂ ਅਚੀਵ ਆਵਰ ਗੋਲਸ, ਕਿ ਆਪਣੇ ਐਫਰਟਸ ਦੇ ਨਾਲ ਨਾਲ ਆਪਣੀ ਹੈਲਥ ਨੂੰ ਵੀ ਆਪਾਂ ਨੂੰ ਪ੍ਰਾਇਓਰਟਾਈਜ਼ ਦੇਣੀ ਚਾਹੀਦੀ ਹੈ, ਪ੍ਰਾਇੋਰਿਟੀ ਦੇਣੀ ਚਾਹੀਦੀ ਹੈ, ਤਾਂ ਕਿ ਆਪਾਂ ਆਪਣੇ ਗੋਲਸ ਨੂੰ ਅਚੀਵ ਕਰ ਸਕੀਏ। ਸੋ ਅਗੇਨ ਸਟੂਡੈਂਟਸ, ਪਲੀਜ਼ ਟਰਾਈ ਟੂ ਬੀ ਲਾਈਕ ਆਪਣੀ ਸਪੀਕਿੰਗ ਨੂੰ ਬਹੁਤ ਜ਼ਿਆਦਾ ਵਧੀਆ ਬਣਾਓ, ਉਸਨੂੰ ਇੰਪ੍ਰੈਸਿਵ ਬਣਾਓ, ਕੋਹੀਜ਼ਨ ਕੋਹਰੈਂਸ ਮੇਨਟੇਨ ਕਰੋ, ਤੇ ਸਿਰਫ ਇੱਕ ਹੀ ਕੰਟੈਂਟ ਨੂੰ ਪੈਰਾਫਰੇਜ਼ ਕਰਕੇ ਉਸਨੂੰ ਦੁਬਾਰੇ ਨਾ ਬੋਲੋ, ਇੱਕ ਨਿਊ ਕੰਟੈਂਟ ਨੂੰ ਲਓ, ਉਸ ਦੇ ਵਿੱਚ ਐਡ ਕਰੋ। ਜਿਵੇਂ ਇਸ ਜਿਹੜਾ ਕਿਊ ਕਾਰਡ ਹੈ ਇਹਦੇ ਵਿੱਚ ਆਪਾਂ ਫੂਡ ਨੂੰ ਵੀ ਐਡ ਕੀਤਾ ਹੈ, ਆਪਾਂ ਇੱਕ ਸਟੋਰੀ ਟਾਈਪ ਉਸ ਨੂੰ ਸੁਣਾਇਆ ਕਿ ਮੈਂ ਫੋਨ ਸਕਰੋਲ ਕਰ ਰਹੀ ਸੀਗੀ, ਐਂਡ ਇਹਦੇ ਵਿੱਚ ਆਪਾਂ ਮੈਨੂਅਲ ਲੇਬਰ ਨੂੰ ਵੀ ਲੈ ਕੇ ਆਏ ਹਾਂ, ਮਤਲਬ ਫਿਜ਼ੀਕਲ ਚੇਂਜਸ, ਵਾਕ ਨੂੰ ਵੀ ਆਪਾਂ ਕੀਤਾ ਕਿ ਲੋਕੀ ਰਾਈਡ ਕਰਦੇ ਆ, ਨਿਊਟ੍ਰੀਸ਼ਨਲ ਵੈਲਿਊ, ਐਜ਼ ਵੈਲ ਐਜ਼ ਆਪਾਂ ਬੋਡੀ ਦੀ ਰਿਕੁਆਇਰਮੈਂਟਸ ਕਿਵੇਂ ਚਾਹੀਦੀ, ਤੇ ਫਿਨਿਸ਼ਿੰਗ ਦੇਖੋ ਇਸ ਕਿਊ ਕਾਰਡ ਦੀ, ਤੁਸੀਂ ਕਿਊ ਕਾਰਡ ਫਿਨਿਸ਼ ਕਿਸ ਤਰ੍ਹਾਂ ਕਰ ਰਹੇ ਹੋ, ਇਹ ਵੀ ਬਹੁਤ ਜ਼ਿਆਦਾ ਇਫੈਕਟ ਪਾਉਂਦਾ ਐਗਜ਼ਾਮੀਨਰ ਤੇ। ਦੈਟ ਆਫਟਰ ਰੀਡਿੰਗ ਦਾ ਪੋਸਟ ਤੁਸੀਂ ਮੈਂਸ਼ਨ ਕਰ ਰਹੇ ਹੋ ਐਗਜ਼ਾਮੀਨਰ ਨੂੰ ਕਿ ਮੈਂ ਹਜੇ ਤੱਕ ਇਹ ਭੁੱਲਿਆ ਨਹੀਂ ਕਿ ਕਿਊ ਕਾਰਡ ਕਿਸ ਤੇ ਸੀਗਾ। ਮੋਸਟਲੀ ਜਿਹੜੇ ਸਟੂਡੈਂਟਸ ਹੈ ਉਹ ਕੀ ਹੁੰਦੇ ਆ, ਲਾਸਟ ਵਿੱਚ ਜਾਂਦੇ ਕਿਊ ਕਾਰਡ ਤੋਂ ਸਾਈਡ ਹੋ ਜਾਂਦੇ ਆ। ਸੋ ਤੁਸੀਂ ਇਸ ਦੀ ਜੋ ਐਂਡਿੰਗ ਹੈਗੀ ਹੈ ਉਹ ਬਹੁਤ ਹੀ ਇੱਕ ਪ੍ਰੋਪਰ ਤਰੀਕੇ ਨਾਲ ਕਰਨੀ ਹੈ, ਤਾਂ ਕਿ ਐਗਜ਼ਾਮੀਨਰ ਨੂੰ ਪਤਾ ਲੱਗੇ ਕਿ ਜੋ ਮੈਂ ਪੁੱਛਿਆ ਸੀ ਤੁਸੀਂ ਉਸ ਨੂੰ ਉਸ ਦਾ ਹੀ ਜਵਾਬ ਦਿੱਤਾ ਹੈ। Now move to the follow-up questions, simple and very effective answers of the follow-ups. So our first question is,
डू यू थिंक द पीपल टूडे आर हैल्दियर दैन दोज इन द पास्ट कि तुसी सोचते हो कि अजकल लोग जिहड़े आ वो ज़्यादा हैल्दी है एज कंपेयर टू द पास्ट नालों यस आई बिलीव मैनू ये लगता है टूडेज फोक्स आर हैल्दियर कि अजकल दे लोग जिहड़े बहुत ज़्यादा हैल्दियर है दैन प्रीवियस जनरेशनस पहलां वाली जनरेशनस नालों द इनक्रीज इन लाइफ एक्सपैक्टेंसी डेमोस्ट्रेट्स दिस ते इस चीज़ नूं कौन बयान कर रहा है कि अजकल जिहड़ी लोगों की लाइफ एक्सपैक्टेंसी जीवन दर जो हैगी है वो बहुत ज़्यादा वध गई है पीपल आर लिविंग सबसटैंशली लॉन्गर लाइफ दैन इन प्रीवियस जनरेशनस कि जिहड़े लोकी हैगे आ वो अजकल एक लॉन्ग लाइफ जींदे एज कंपेयर टू द प्रीवियस जनरेशनस फर्दर मोर पीपल हैव ग्रोन इनक्रीजिंगली हैल्थ कॉन्शियस ते अजकल जिहड़े लोग हैगे वो बड़ी ही तेजी नाल हैल्थ कॉन्शियस भी बनते जा रहे हैं सो इस क्वेश्चन जो एग्जामिनर या कोई भी टीचर इंस्टीट्यूट टीचर तुहाडे तो पुछदे है कि डू यू थिंक द पीपल टूडे आर हैल्दियर दैन दोज इन द पास्ट सो स्टूडेंट्स की करते हैं बेसिकली ये करते हैं येस ऑफ कोर्स इन द पास्ट पीपल एट हेल्दी फूड बट नाउ अ डेज दे ईट द फूड विद कैमिकल्स एंड दे प्रायोरिटाइज द फास्ट फूड एंड सो ऑन दैट फिर गल करते आ रही है फूड 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 ते आ रही है मतलब उस चीज़ का कोई सेंस नहीं निकल रहा तुसीं उसनूं एक डिफरेंट दो कि yes the healthier than previous because the life expectancy demonstrates this you could underline this इस लाइन ਨੂੰ अंडरलाइन कर लो life expectancy demonstrates this कि ਜਿਹੜੀ जीवन दर है वो चीज़ इस चीज़ ਨੂੰ दस रही है so examiner completely ਤੇ definitely ਤੁਹਾਡੇ ਤੋਂ satisfy होगा second question हाउ कैन यू टैल द वैदर अ वैबसाइट रिलायबल और नॉट कि तुसीं किवें कह सकते हो कि एक जिहड़ी वैबसाइट है वो सही है या नहीं One can look at the URL to verify if it belongs to a reputable corporation, गवर्नमेंट इंस्टीट्यूशन और यूनिवर्सिटी कि एक जो बंदा है वो उसके URL ਨੂੰ चेक कर सकता है कि ਇਹ ਜਿਹੜੀ ਵੈਬਸਾਈਟ है वो एक सही गवर्नमेंट इंस्टीट्यूशन यूनिवर्सिटी तो बिलोंग करती है या नहीं अनदर ऑप्शन इज़ टू डबल चैक द डाटा प्रोवाइडेड तो दूसरा ऑप्शन ये आ कि उस वैबसाइट के द्वारा जो भी डाटा दिता जा रहा है तुसीं उसनूं डबल चैक करो इफ वैबसाइट्स इनफॉर्मेशन कॉन्ट्राडिक्ट्स इट्स ओन कि जे एक वैबसाइट की जी वैबसाइट्स हैगियां इन्हां दी इनफॉर्मेशन आपस दे विच कॉन्ट्राडिक्ट कर रही हैं द वैबसाइट कांट बी ट्रस्टेड तो जी वैबसाइट है वो सही नहीं हैगी थर्ड वन वट एक्टिविटीज़ कैन स्कूल ऑर्गेनाइज फॉर चिल्ड्रन टू कीप फिट कि किस टाइप दी एक्टिविटीज़ है जिहड़े स्कूल ऑर्गेनाइज कर सकते हैं अपने बच्चों को फिट रखने दे लई There are numerous strategies for schools to maintain their students in as fit as a fiddle कि आपदे बच्चों नू as fit as a fiddle एक तरह का idiom है कि हेल्दी रखने दे लई schools जिहड़ी है वो बहुत सारी strategies नू बना सकते हैं फर्स्ट एंड फॉरमोस्ट सब तो पहला द स्कूल शुड प्रोवाइड इंडोर डांस कोर्सेज इन कंजक्शन विद इट उन्होंने कहा कि इस फर्स्ट एंड फॉरमोस्ट ये जोड़े स्कूल्स है वो इंडोर डांस कोर्सेज ओबवियसली आप सबनों पता है कि जिहड़ियां डांस क्लासेस होंदियां उहदे नाल बहुत ज़्यादा वेट भी लूज होंदा है ते बच्चे फिट भी रहंदे हैं तो स्कूल जिहड़े आ इंडोर डांस कोर्सेज नूं भी प्रोवाइड कर सकते हैं आउटडोर ग्रुप गेम्स सच एज tag or kickball, jumping rope, catching a ball or throwing a frisbee are two other hobbies that can help keep school children healthy. So ये सब games ਨੂੰ organize करके ਜਿਹੜੇ schools ਹੈਗੇ ਉਹ ਬੱਚਿਆਂ ਨੂੰ healthy ਰੱਖ ਸਕਦੇ ਆ Our today's last question is what can government do to improve people's health कि ਲੋਕਾਂ ਦੀ health ਨੂੰ improve ਕਰਨ ਦੇ ਲਈ government ਕੀ ਕਰ ਸਕਦੀ ਹੈ without a doubt ਬਿਨਾਂ ਕਿਸੇ ਸ਼ੱਕ ਦੇ the first responsibility of regimes in order to maintain health should be to prevent the spread of communicable disease कि ਪਹਿਲਾਂ ਕਿਸੇ ਸ਼ੱਕ ਦੇ ਹੈ ਕਿ ਸਭ ਤੋਂ ਪਹਿਲੀ ਰਿਸਪੌਂਸਿਬਿਲਿਟੀ ਜਿਹੜੀ ਸਰਕਾਰ ਦੀ ਹੈ ਕਿ ਹੈਲਥ ਨੂੰ ਆਪਾਂ ਕਿੱਦਾਂ ਮੇਨਟੇਨ ਰੱਖਣਾ ਉਹ ਇਹ ਆ ਕਿ ਉਹ ਕਮਿਊਨੀਕੇਬਲ ਡਿਜ਼ੀਜ਼ ਨੂੰ ਫੈਲਣ ਤੋਂ ਰੋਕਣ prepare and respond to emergencies in terms of ensuring health care is another improvement ਤੇ ਦੂਸਰੀ ਇੰਪਰੂਵਮੈਂਟ ਇਹ ਆ ਕਿ ਉਹ prepare ਤੇ respond ਕਰਨ emergency situations ਨੂੰ ਕਿ ਉਹ ensuring health care ਤੇ ਲੋਕਾਂ ਨੂੰ ਕੀ ਕਰਨ ਉਹਨਾਂ ਦੀ health ਦੇ ਪ੍ਰਤੀ ensure ਕਰਨ for an example ਕਿ hospitals ਦੇ ਵਿੱਚ ਆਪਾਂ ਜਾਂਦੇ ਹਾਂ ਸੋ ਉਹ ਕੀ ਕਰਦੇ ਆ ਐਡਮਿਟ ਨਹੀਂ ਕਰਦੇ ਜਾਂ ਕਈ ਵਾਰੀ ਡਾਕਟਰਸ ਅਵੇਲੇਬਲ ਨਹੀਂ ਹੁੰਦੇ ਕਈ ਵਾਰੀ ਕੋਈ ਮੈਡੀਕੇਸ਼ਨ ਅਵੇਲੇਬਲ ਨਹੀਂ ਆ ਜਾਂ ਫਿਰ ਉਹ ਕਹਿੰਦੇ ਕਿ this is the police case ਤਾਂ ਅਸੀਂ ਇਸ ਚੀਜ਼ ਨੂੰ ਨਹੀਂ ਕਰ ਸਕਦੇ ਸੋ ਇਸ ਲਈ ਗਵਰਨਮੈਂਟ
ਨੂੰ ਕੀ ਕਰਨਾ ਚਾਹੀਦਾ ਹੈ, ਐਮਰਜੈਂਸੀ ਦੇ ਵਿੱਚ ਹਮੇਸ਼ਾ ਪ੍ਰਿਪੇਅਰ ਰਹਿਣਾ ਚਾਹੀਦਾ ਹੈ। ਇਸ ਟਾਈਪ ਦੇ ਲਾਈਕ ਲਾਜ਼ ਨੂੰ ਇੰਪਲੀਮੈਂਟ ਕਰਨਾ ਚਾਹੀਦਾ, ਇੰਪਰੂਵਮੈਂਟ ਕਰਨੀਆਂ ਚਾਹੀਦੀਆਂ ਕਿ ਉਹ ਪ੍ਰਿਪੇਅਰ ਕਰਨ, ਆਪਦੇ ਆਪ ਨੂੰ ਪ੍ਰਿਪੇਅਰ ਰੱਖਣ ਤੇ ਐਮਰਜੈਂਸੀਜ਼ ਨੂੰ ਰਿਸਪੌਂਡ ਕਰਨ, ਐਜ਼ ਵੈਲ ਐਜ਼ ਹੈਲਥ ਕੇਅਰ ਦੀ ਸ਼ੋਰਿਟੀ ਲੈਣ, ਮਤਲਬ ਵਿਦਆਊਟ ਐਨੀ ਲਾਈਕ ਅਨਦਰ ਰੀਜ਼ਨ। In addition to this, ਇਹਦੇ ਨਾਲ the availability should be provided in the cities such as parks and gardens, ਕਿ gardens ਤੇ park ਵਰਗੀ availability ਜਿਹੜੀ ਹੈ ਉਹ ਉਹਨਾਂ ਨੂੰ cities ਦੇ ਵਿੱਚ provide ਕਰਾਉਣੀ ਚਾਹੀਦੀ ਹੈ। as well as the most prominent is to implement the tax on fast foods and alcoholic products, ਕਿ most important ਇਹ ਆ ਕਿ ਉਹਨਾਂ ਨੂੰ ਟੈਕਸ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਫਾਸਟ ਫੂਡਸ ਤੇ ਵੀ ਤੇ ਜਿਹੜੇ ਐਲਕੋਹਲਿਕ ਪ੍ਰੋਡਕਟਸ ਹੈ। ਸੋ ਇਹ ਸਭ ਐਫਰਟਸ ਕਰਕੇ ਜਿਹੜੀ ਗਵਰਨਮੈਂਟ ਹੈ ਉਹ ਲੋਕਾਂ ਦੀ ਹੈਲਥ ਨੂੰ ਹੋਰ ਜ਼ਿਆਦਾ ਇੰਪਰੂਵ ਕਰ ਸਕਦੀ ਹੈ। ਸੋ ਇਹ ਸੀ ਅੱਜ ਦੀ ਆਪਣੀ ਵੀਡੀਓ ਔਨ ਐਨ ਆਰਟੀਕਲ ਯੂ ਰੈਡ ਅਬਾਊਟ ਹੈਲਥ। ਸੋ ਹੋਪ ਯੂ ਆਲ ਗਾਈਜ਼ ਲਾਈਕ ਮਾਈ ਵੀਡੀਓ। ਇਫ ਯੂ ਹੈਵ ਐਨੀ ਕੁਐਸਚਨ, ਤੁਹਾਨੂੰ ਕੋਈ ਕੁਐਸਚਨ ਹੈ ਸੋ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ। ਐਂਡ ਇਫ ਯੂ are new, so please subscribe the channel and keep watching my videos for learning every day something new to get 7.5 or 8 in your IELTS. So thank you, take care.